ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਭਾਗ 10ਵਾਂ। ਪਿੱਛੇ ਆਪਾਂ ਚੌਥੀ ਪੌੜੀ ਵਿਚਾਰੀ ਸੀ। ਥਾਪਿਆ ਨ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨੀ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ। ਇਹ ਪੌੜੀ ਆਪਾਂ ਦੋ ਭਾਗਾਂ 'ਚ ਲੈ ਲਈ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆਵੇ ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ। ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈਗੀ, ਸਾਰਾ ਗ੍ਰੰਥ ਸਾਹਿਬ ਦਾ ਸਾਰ ਹੈ। ਜੇ ਆਪਾਂ ਇੱਥੋਂ ਭੁਲੇਖਾ ਖਾ ਲਿਆ ਫਿਰ ਆਪਾਂ ਨੂੰ ਬਾਣੀ ਸਮਝ ਨਹੀਂ ਆਉਣੀ ਹੈਗੀ। ਇਸ ਕਰਕੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਕਿਰਪਾ ਲੈਣੀ ਹੈ, ਫਿਰ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਆ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ। ਗਾਵੀਏ ਸੁਣੀਏ ਮਨ ਰੱਖੀਏ ਭਾਉ। ਜਿਹੜੇ ਗੁਰੂ ਘਰਾਂ 'ਚ ਜਾਂ ਗੁਰੂ ਕੇ ਪਿਆਰੇ ਕਿਤੇ ਵੀ ਧਾਰਮਿਕ ਸਮਾਗਮ ਜਾਂ ਗੁਰੂ ਕੇ ਪਿਆਰੇ ਗੁਰਮਤਿ ਰਾਹੀਂ ਆਪਾਂ ਨੂੰ ਸਮਝਾ ਰਹੇ ਨੇ ਜਾਂ ਸੰਗਤ ਸੁਣ ਰਹੀ ਹੈ, ਉਹ 'ਚ ਕੋਈ ਫਰਕ ਨਹੀਂ ਹੈਗਾ। ਗੁਰਸਿੱਖਾਂ ਨੇ ਬੋਲੀ, ਸੰਗਤ ਨੇ ਸੁਣ ਲਈ। ਸਵਾਲ ਤਾਂ ਇਹ ਹੈ ਸਤਿਗੁਰਾਂ ਦਾ ਵੀ ਜਿਹੜੀ ਅਸੀਂ ਸੁਣੀ ਹੈ ਜਾਂ ਜਿਨ੍ਹਾਂ ਨੇ ਵਿਚਾਰ ਕੇ ਕਹੀ ਹੈ, ਕੀ ਸਾਡਾ ਪ੍ਰੇਮ ਹੈਗਾ ਜੋ ਸਾਨੂੰ ਗੁਰੂ ਸਮਝਾ ਰਹੇ ਨੇ, ਅਸੀਂ ਉਸ 'ਤੇ ਚੱਲ ਰਹੇ ਹਾਂ, ਉਹ 'ਤੇ ਅਮਲ ਸਾਡਾ ਹੋ ਰਿਹਾ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਭਾਉ ਤੋਂ ਭਾਵ ਪ੍ਰੇਮ। ਫੇਰ ਹੀ ਸਾਡੇ ਹਿਰਦੇ 'ਚ ਬਸੂ ਬਾਣੀ। ਜੇ ਅਸੀਂ ਪ੍ਰੇਮ ਕਰਾਂਗੇ, ਅਸੀਂ ਕੁਦਰਤ ਨੂੰ ਪ੍ਰੇਮ ਨਹੀਂ ਕਰਦੇ, ਅਸੀਂ ਮਾਇਆ ਨੂੰ ਪ੍ਰੇਮ ਕਰਦੇ ਹਾਂ। ਸੰਸਾਰੀ ਜੀਵ ਆ, ਸਾਨੂੰ ਕੁਦਰਤ ਦਾ ਗਿਆਨ ਹੀ ਨਹੀਂ ਹੈਗਾ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਗਿਆਨ ਹੀ ਫਿਰ ਦਰਸ਼ਨ ਹੁੰਦਾ ਵਾ। ਜਿਹਦਾ ਆਪਾਂ ਨੂੰ ਦਰਸ਼ਨ ਹੋਣਾ, ਬਾਣੀ ਪਹਿਲਾਂ ਉਹਦਾ ਗਿਆਨ ਕਰਾਉਂਦੀ ਹੈ ਆਪਾਂ ਨੂੰ। ਗਾਵੀਏ ਸੁਣੀਏ, ਚਾਹੇ ਸੁਣ ਲਈਏ ਚਾਹੇ ਉਹਦਾ ਜਸ ਕਰੀਏ, ਗਾਈਏ, ਮਨ ਕੀਤਾ ਪਾਓ, ਪ੍ਰੇਮ ਕਰੀਏ। ਫਿਰ ਕੀ ਹੋਊ ਜੇ ਅਸੀਂ ਪ੍ਰੇਮ ਕਰਾਂਗੇ, ਗੁਰੂ ਕੇ ਧਾਰਨੀ ਬਣਾਂਗੇ, ਗੁਰ ਕੇ ਚਰਨ ਬਾਣੀ ਨਾਲ ਜੁੜਾਂਗੇ ਵਿਚਾਰਧਾਰਾ ਨਾਲ, ਫਿਰ ਕੀ ਹੋਊਗਾ। ਗਾਵੀਏ ਸੁਣੀਏ ਮਨ ਰੱਖੀਏ ਭਾਉ। ਜੇ ਪ੍ਰੇਮ ਕਰਾਂਗੇ ਦੁੱਖ ਪਰ ਹਰ ਸੁੱਖ ਕਰ ਲੈ ਜਾ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ ਹੈ। ਕਿਹਨਾਂ ਨੂੰ? ਜਿਹੜੇ ਪ੍ਰੇਮ ਕਰਦੇ ਨੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦਸਮ ਪਾਤਸ਼ਾਹ ਸਮਝਾਉਂਦੇ ਨੇ ਆਪਾਂ ਨੂੰ, ਸਾਚ ਕਹੂੰ ਸੁਣ ਲੈ ਸਭੇ, ਸਾਰਿਆਂ ਖਾਤਰ ਹੀ ਆ ਭਾਈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਅਸੀਂ ਕੁਦਰਤ ਨੂੰ ਪ੍ਰੇਮ ਕਰਦੇ ਹੀ ਨਹੀਂ। ਕੁਦਰਤ ਨਾਲ ਸਾਡਾ ਪ੍ਰੇਮ ਪੈ ਹੀ ਨਹੀਂ ਸਕਦਾ। ਅਸੀਂ ਕੁਦਰਤ ਨੂੰ ਜਾਣਦੇ ਹੀ ਨਹੀਂ। ਅਸੀਂ ਮਾਇਆਧਾਰੀ ਜੀਵ ਹਾਂ। ਪਰ ਜਦੋਂ ਇਹ ਵਿਚਾਰਧਾਰਾ ਨਾਲ ਜੁੜਾਂਗੇ ਫਿਰ ਸਾਨੂੰ ਗਿਆਨ ਹੋਊਗਾ। ਉਹ ਪਹਿਲਾ ਪਦਾਰਥ ਆ ਆਪਣਾ, ਦੂਜਾ ਮੁਕਤੀ, ਸੰਤੋਖ ਆ ਜਾਊਗਾ। ਫਿਰ ਤੀਜੇ ਜਾ ਕੇ ਪ੍ਰੇਮ ਪੈਂਦਾ ਆਪਣਾ। ਸੁਣਿਆ ਮੰਨਿਆ ਮਨ ਕੀਤਾ ਭਾਵ ਆ ਜਾਣਾ ਅੱਗੇ ਆਪਾਂ ਨੂੰ। ਅੰਤਰਗਤ ਤੀਰਥ ਮਲ ਨਾ ਆਓ, ਫਿਰ ਪੈਣਾ ਤੀਜੇ ਜਾ ਕੇ ਪ੍ਰੇਮ ਪੈਂਦਾ। ਸਿੱਧਾ ਕਿਵੇਂ ਪ੍ਰੇਮ ਪੈ ਜਾਊ ਭਾਈ। ਜੋ ਅਸੀਂ ਪ੍ਰੇਮ ਮੰਨੀ ਬੈਠੇ ਉਹ ਭਰਮ ਹੈ ਸਾਡਾ। ਜਿਹੜੀ ਸੇਵਾ ਮੰਨੀ ਉਹ ਵੀ ਭਰਮ ਹੀ ਹੈ। ਸੇਵਾ ਦਾ ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰ ਸ਼ਬਦ ਦਾ ਗਿਆਨ ਹੀ ਨਹੀਂ ਹੋਇਆ, ਸੇਵਾ ਕਿਵੇਂ ਸ਼ੁਰੂ ਹੋ ਗਈ ਸਾਡੀ। ਸੇਵਕ ਕੋ ਸੇਵਾ ਵਰਣਾਈ, ਹੁਕਮ ਬੂਝ ਪਰਮ ਪਦ ਪਾਈ। ਹੁਕਮ ਤਾਂ ਬੁੱਝੇ ਹੀ ਨਹੀਂ, ਸੇਵਾ ਕਿੱਥੋਂ ਸ਼ੁਰੂ ਹੋ ਗਈ। ਉਹ ਸਾਡਾ ਭਰਮ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ ਹੈ। ਕਿ ਸਤਿਗੁਰ ਕੀ ਸਮਝਾਉਂਦੇ ਆ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰਮੁਖ ਨਾਦੰ, ਜਿਵੇਂ ਸਿੱਧ ਗੋਸ਼ਟ ਹੋਈ ਸਤਿਗੁਰਾਂ ਦੀ ਨਾਨਕ ਮੱਤੇ, ਜਿੱਥੇ ਆਪਾਂ ਜਾਂਦੇ ਹਾਂ ਗੁਰੂ ਘਰ, ਸਿੱਧਾ ਨਾਲ ਵਿਚਾਰ ਹੋਈ। ਸਿੱਧਾ ਨੂੰ ਭਰਮ ਸੀਗਾ ਵੀ ਜਿਹੜਾ ਉਹ ਨਾਦ ਹੈ ਸਿੱਧਾ ਹੀ ਸੁਣਦੇ ਹਾਂ। ਉਹ ਸਰੀਰ ਦੇ ਖੜਕੇ ਸੁਣਨ ਲੱਗ ਗਏ। ਸਰੀਰ ਦੇ ਵਿੱਚ ਬਹੁਤ ਆਵਾਜ਼ਾਂ ਨੇ। ਜਿਹੜਾ ਇਹ ਸ਼ਬਦ ਹੈ, ਜਿਹੜਾ ਸ਼ਬਦ ਗੁਰੂ ਹੈ, ਉਹ ਤਾਂ ਦਿਸ਼ਾ ਦੇ ਰਿਹਾ ਆਪਾਂ ਨੂੰ। ਸਾਰੀ ਸ੍ਰਿਸ਼ਟੀ ਤਾਂ ਉਹਦੇ ਚੱਲ ਰਹੀ ਹੈ। ਨਾਮੇ ਉਤਪਤ ਨਾਮੇ ਪਰਲੋ, ਉਹੀ ਤਾਂ ਹੁਕਮ ਹੈ। ਉਹ ਸਿੱਧਾ ਕਿਵੇਂ ਸੁਣਿਆ ਜਾਊ। ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਅਗਾਮੋ ਗੋਚਰਾ ਤੇਰਾ ਅੰਤ ਨਾ ਪਾਇਆ। ਫਿਰ ਵੀ ਜਦੋਂ ਜਹਿ 'ਚ ਲੱਗੇ ਰਹੇ, ਝੂਠ ਬੋਲਦੇ ਰਹੇ। ਸਿੱਧ ਝੂਠ ਦਾ ਪਰਦਾ ਫਾਸ਼ ਕੀਤਾ ਕਿਹਨਾਂ ਨੇ? ਗੁਰੂ ਸਾਹਿਬਾਨਾਂ ਨੇ। ਸਤਿਗੁਰ ਸਮਝਾਉਂਦੇ ਆ ਭਾਈ, ਉਹ ਗੁਰਮੁਖ ਜਿਹੜੇ ਹੁੰਦੇ ਨੇ ਉਹਦੇ ਅੰਦਰ ਉਹ ਨਾਦ ਪ੍ਰਗਟ ਹੁੰਦਾ ਹੈ। ਭਾਵ ਗੁਰਮੁਖ ਵੇਦੰ, ਵੇਦੰ ਤੋਂ ਭਾਵ ਗਿਆਨ। ਉਹਨਾਂ ਦੇ ਅੰਦਰ, ਉਹ ਗੁਰਮੁਖਾਂ ਦੇ ਅੰਦਰ ਉਹ ਗਿਆਨ ਹੁੰਦਾ, ਕਿਉਂਕਿ ਉਹ ਜੁੜੇ ਰਹਿੰਦੇ ਨੇ ਇੱਕ ਨਾਲ। ਗੁਰਮੁਖ ਰਿਹਾ ਸਮਾਈ। ਸਮਾਏ ਤੋਂ ਭਾਵ ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਕੈਸਾ ਹੁੰਦਾ ਰਾਮ ਦਾ ਦਾਸ? ਸਾਰਿਆਂ 'ਚ ਰਹਿੰਦਾ ਹੋਇਆ ਵੀ ਉਹਦੇ ਨਾਲ ਜੁੜਿਆ ਰਹਿੰਦਾ ਵਾ। ਉਹੀ ਗੁਰਮੁਖਾਂ ਦੀ ਸਤਿਗੁਰ ਗੱਲ ਸਮਝਾ ਰਹੇ ਨੇ ਉਹਨਾਂ ਨੂੰ, ਸਿੱਧਾਂ ਨੂੰ। ਗੁਰਮੁਖ ਰਿਹਾ ਸਮਾਈ। ਅੱਗੇ ਕੀ ਆ ਗਿਆ। ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਬਾਈ। ਰਾਜੇ ਗੁਰ ਗੋਰਖ
ਜਿਨ੍ਹਾਂ ਨਾਲ ਸਿੱਧ ਗੋਸ਼ਟ ਹੋਈ। ਸਿੱਧਾਂ ਨਾਲ ਵਰਮਾ ਜਿਹੜੀਆਂ ਮੱਤਾਂ ਸੀਗੀਆਂ ਉਸ ਟਾਈਮ, ਪੰਡਤ ਪਾੜੀ ਬਾਟ, ਜੇ ਆਪਾਂ ਇਹਨਾਂ ਦਾ ਪ੍ਰਸੰਗ ਲੈਣ ਲੱਗੇ, ਇਹ ਵਿਚਾਰਧਾਰਾ ਤਾਂ ਆਪਾਂ ਕਰਕੇ ਆ ਚੁੱਕੇ ਹਾਂ। ਇਹ ਤਾਂ ਆਪਾਂ ਕਰ ਚੁੱਕੇ ਹਾਂ। ਇਹ ਤਾਂ ਪੌੜੀਆਂ ਚੜ੍ਹ ਕੇ ਹੁਣ ਆਪਾਂ ਗੁਰ ਕੇ ਚਰਨ ਬਾਣੀ ਦੇ ਨੇੜੇ ਆ ਗਏ। ਜੇ ਹੁਣ ਚੁੱਕ ਗਏ ਫਿਰ ਚਲੇ ਜਾਵਾਂਗੇ ਜੰਮਣ ਮਰਨ ਨੂੰ। ਆਪਾਂ ਪ੍ਰਾਪਤੀ ਕੀ ਕਰਨੀ ਆ? ਫਾਸਨ ਕੀ ਬਿਦ ਸਭ ਕੁ ਜਾਣੇ, ਤਾਂ ਸਾਰੇ ਹੀ ਜਾਣਦੇ ਆਪਾਂ ਫਸਣ ਦੀ। ਛੁੱਟਣ ਕੀ ਹੈ? ਕੋਈ ਗੁਰਮਤ। ਆਪਾਂ ਛੁੱਟਣ ਦੀ ਗੱਲ ਕਰੀਏ ਵੀ ਕਿਵੇਂ ਆਪਣਾ ਖਹਿੜਾ ਛੁੱਟੇ, ਖੂਜ ਕਿਵੇਂ ਡਿੱਗਿਆ, ਉਹ ਨਹੀਂ ਦੇਖਣਾ ਆਪਾਂ। ਉਹਦਾ ਪਤਾ ਹੀ ਆਪਾਂ ਨੂੰ ਕਿਵੇਂ ਡਿੱਗਿਆ, ਇੰਨਾ ਕੁ ਤਾਂ ਪਤਾ ਹੁੰਦਾ ਸਾਰਿਆਂ ਨੂੰ। ਗਿਆਨ ਤੋਂ ਬਿਨਾਂ ਸਮਝ ਨਹੀਂ ਆਉਂਦੀ, ਗੁਰ ਬਿਨਾਂ ਸਮਝ ਨਾ ਆਵੇ। ਭੁੱਲਿਆ ਗੁਰਦੇ ਸਮਝਾਈ, ਆਪਾਂ ਪ੍ਰਾਪਤੀ ਕਰਨੀ ਹੈ। ਖੂਹ 'ਚੋਂ ਕਿਵੇਂ ਨਿਕਲਣਾ? ਅੰਧਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਇਹ ਦਿਆਲੂ ਕਿਰਪਾ ਕਰੋ, ਹਨੇਰੇ ਦਾ ਖੂਹ ਹੈ, ਅਸੀਂ ਡਿੱਗੇ ਹੋਏ ਹਾਂ, ਵਿਕਾਰਾਂ ਦਾ ਰੌਲਾ ਪੈ ਰਿਹਾ। ਪਾਰਬਤੀ ਮਾਈ, ਗੁਰੀਸਰ, ਗੁਰੂ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੰਨਦੇ ਨੇ ਉਹ ਵੀ ਪਾਰਬਤੀ ਮਾਈ, ਪਰ ਉਹਨਾਂ ਨੂੰ ਗਿਆਨ ਹੀ ਨਹੀਂ। ਪਾਰਬਤੀ ਮਾਈ ਤੋਂ ਭਾਵ ਹੁੰਦਾ ਹੈ ਪਾਰ ਲੈ ਜਾਣ ਵਾਲੀ। ਪਾਰ ਜਾਤ ਹਰ ਕੋ ਨਾਮ, ਇਹੀ ਤਾਂ ਹੈ ਹਰ ਕਾ ਨਾਮ। ਇਹੀ ਤਾਂ ਪਾਰ ਜਤ ਬਰੇਸ਼ਾ ਜੀ 'ਤੇ ਬਹਿ ਕੇ ਜਾਣਾ ਆਪਾਂ। ਕਾਮ ਧੇਨ ਹਰ ਹਰ ਗੁਣ ਗਾਮ, ਇਹਨੂੰ ਸਮਝਣਾ, ਉਹੀ ਤਾਂ ਜਪ ਹੈ। ਸਤਿਗੁਰ ਸਮਝਾਉਂਦੇ ਨੇ, ਗੁਰ ਈਸਰ, ਗੁਰੂ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਗੁਰੂ ਹੁੰਦਾ ਗਿਆਨ ਦੇਣ ਵਾਲਾ। ਆਪਾਂ ਕਿਹਦਾ ਗਿਆਨ ਲੈਣਾ ਹੈ? ਗੁਰ ਸ਼ਬਦ ਦਾ, ਗੁਰ ਉਪਦੇਸ਼। ਇਹੀ ਤਾਂ ਗੁਰ ਕੀ ਚਰਨ ਬਾਣੀ। ਉਹ ਸਰੀਰ ਕਰਕੇ ਗੁਰੂ ਸੀ, ਇੱਥੇ ਆਪਣਾ ਸ਼ਬਦ ਗੁਰੂ ਹੈ, ਉਹ ਅੱਗੇ ਹੈ। ਇਹ ਸਤਿਗੁਰ ਦੀ ਬਾਣੀ ਹੈ, ਗੁਰਦੇਵ ਦਾ ਗਿਆਨ ਹੈ ਇਹ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰਸਿੱਖੋ ਕਰਤਾ ਮੁਖੋਂ ਆਪ ਕਢਾਵੇ। ਕਰਤੀ ਪੁਰਖ ਨੇ ਗੁਰੂ ਭਗਤ ਸਾਹਿਬਾਨਾਂ ਦੀ ਰਸਨਾ 'ਤੇ ਪ੍ਰਗਟ ਕਰਕੇ ਸੰਸਾਰ ਨੂੰ ਗਿਆਨ ਦਾ ਸਮੁੰਦਰ ਦਿੱਤਾ। ਹੁਣ ਅਸੀਂ ਬੈਠੇ ਸੋਚੀ ਜਾਂਦੇ ਹਾਂ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਸਮੁੰਦਰ 'ਚ ਕਿਵੇਂ ਵੜੀਏ? ਸਮੁੰਦਰ ਦੇ ਕਿਨਾਰੇ 'ਤੇ ਬੈਠੇ ਹਾਂ। ਸੰਸਾਰ ਸਮੁੰਦਰ ਹੈ ਇੱਛਾ ਦਾ ਭਾਈ, ਕਿਵੇਂ ਬਚਾਂਗੇ? ਗੁਰ ਕੇ ਚਰਨ ਬਾਣੀ ਨਾਲ ਜੁੜ ਕੇ, ਇਹ ਵਿਚਾਰਧਾਰਾ ਨਾਲ ਜੁੜ ਕੇ। ਪਾਰਬਤੀ ਮਾਈ ਜਿਹੜੀ ਪਾਰ ਲੈ ਜਾਵੇ, ਇਹੀ ਤਾਂ ਮਾਈ ਮੱਤ ਹੈ ਭਾਈ। ਏਕਾਂ ਮਾਈ ਜੁਗਤ ਵਿਆਈ, ਅੱਗੇ ਆ ਜਾਣਾ ਆਪਾਂ ਨੂੰ। ਜਿਹੂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਏ। ਸਤਿਗੁਰ ਕੀ ਸਮਝਾਉਂਦੇ ਆ ਭਾਈ? ਜੇ ਇਹਨਾਂ ਦੇ ਕੋਲ ਇਸ ਸੰਸਾਰ ਦੇ ਵਿੱਚ ਕੋਈ ਨਿਰਾਕਾਰ ਤੋਂ ਭਾਵ ਉਹ ਸੱਚਖੰਡ ਦਾ, ਨਿਰੰਕਾਰ ਦੇ ਦੇਸ਼ ਦਾ ਕਿਸੇ ਨੂੰ ਸਮਝ ਹੁੰਦੀ, ਤਾਂ ਵਿਚਾਰਧਾਰਾ ਤੋਂ ਪਤਾ ਲੱਗ ਜਾਣਾ ਸੀ ਆਪਾਂ ਨੂੰ। ਜੇ ਹੂੰ ਜਾਣਾ ਆਖਾਂ ਨਹੀਂ, ਕਹਿਣਾ ਕੁਦਰਤ ਬਾਰੇ ਕਹਿਣਾ, ਜਸ ਕਰਨਾ ਬਾਬਾ ਬੋਲਣਾ, ਕਿਆ ਕਹੀਏ? ਬੋਲਣਾ ਤਾਂ ਹੈ, ਪਰ ਕਿਵੇਂ ਸਮਝਾਈਏ? ਇਹ ਗੁੰਗੇ ਵਾਲੀ ਖੇਲ ਹੈ ਭਾਈ। ਜਿਉਂ ਚਾਕ ਗੁੰਗਾ ਮੁਸਕਾਰੇ। ਰਸਤਾ ਆਉਂਦਾ ਗੁੰਗੇ ਨੂੰ ਮਠਿਆਈ ਦਾ ਖਾ ਕੇ, ਕੋਈ ਵੀ ਚੀਜ਼ ਖਾਂਦਾ, ਪਰ ਬਿਆਨ ਕਿਵੇਂ ਕਰੇ? ਇਵੇਂ ਉਹ ਗੁਰਸਿੱਖਾਂ ਨੂੰ ਰਸਤਾ ਆਉਂਦਾ, ਬਿਆਨ ਕਿਵੇਂ ਕਰਨਗੇ? ਇਹ ਕਥਨ ਤੋਂ ਪਰੇ ਹੈ। ਕਥਨ ਤੋਂ ਪਰੇ ਕਿਉਂ ਹੈ? ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਇਹ ਮ੍ਰਿਤ ਲੋਕ, ਉਹ ਸਤਯੁਗ ਹਮੇਸ਼ਾ ਰਹਿਣ ਵਾਲਾ ਸੱਚਖੰਡ, ਜਿੱਥੋਂ ਸਾਰੀ ਸ੍ਰਿਸ਼ਟੀ ਦੀ ਪਾਲਣਾ ਹੋ ਰਹੀ ਹੈ, ਜਿੱਥੋਂ ਸਾਰੀ ਸ੍ਰਿਸ਼ਟੀ ਦੀ ਦੇਖਭਾਲ ਹੋ ਰਹੀ ਹੈ। ਅਸੀਂ ਅੰਨੇ ਉਹ ਸੁਜਾਖੇ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਪਰ ਫਿਰ ਵੀ ਅਸੀਂ ਉਹਦੀ ਬਰਾਬਰੀ ਕਰਦੇ ਹਾਂ। ਖਸਮੇ ਕਰੇ ਬਰਾਬਰੀ, ਫਿਰ ਗੈਰ ਤੰਦਰ ਪਾਏ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਡੁੱਬ ਜਾਣਗੇ ਸਾਰੇ ਜਿਨ੍ਹਾਂ ਨੇ ਖਸਮ ਛੱਡਤਾ, ਹੁਕਮ ਸੱਚ ਛੱਡਤਾ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਇਹ ਗੁਰ ਕੀ ਮਤ ਲੈਣੀ, ਆਪਾਂ ਗਿਆਨ ਮਤ ਹੈ, ਗਿਆਨੀਆਂ ਦਾ ਮਾਰਗ ਹੈ। ਜਿਨ੍ਹਾਂ ਨੇ ਛੱਡਤਾ ਡੁੱਬ ਗਏ, ਉਹ ਸਿਆਣੇ। ਅਸੀਂ ਉੱਧਰ ਨੂੰ ਜਾਂਦੇ ਹਾਂ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਫਿਰ ਇੱਕ ਨਹੀਂ ਚੱਲਦੀ। ਜਦੋਂ ਕਾਲ ਆਉਂਦਾ ਫਿਰ ਕੀ ਫਾਇਦਾ ਭਾਈ ਸੰਸਾਰ ਦੀ ਵਡਿਆਈਆਂ ਦਾ? ਸੰਸਾਰੀ ਗੁਰੂ ਬਣ ਕੇ ਧਰਮ 'ਤੇ ਆ ਕੇ ਵੀ ਅਸੀਂ ਗੁੰਮਰਾਹ ਕੀਤੇ ਲੋਕ। ਕੀ ਖੱਟਿਆ ਫਿਰ? ਰਾਜਾ ਪਰਜਾ ਸ਼ੰਕਰ ਮਾਰੇ, ਐਸੋ ਕਾਲ ਵਡਾਨੀ ਚਪੇੜ ਬਰਾਬਰ ਠੋਕੀ ਉਹਨੇ ਆ ਕੇ। ਫਿਰ ਕੀ ਖੱਟਿਆ? ਨਹੀਂ, ਐਸੀ ਗਲਤੀ ਨਹੀਂ ਕਰਨੀ, ਜਨਮ ਬਾਰ ਬਾਰ ਨਹੀਂ ਮਿਲਦਾ ਆਪਾਂ ਨੂੰ। ਜਿਹੂ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਈ। ਕਥਨ ਤੋਂ ਪਰੇ ਆ। ਕਹਿਣਾ ਤਾਂ ਬਹੁਤ ਕੁਛ ਹੈ, ਕਿਹਾ ਬਾਣੀ ਨੇ। ਜਿੰਨੇ ਸੰਸਾਰੀ ਪ੍ਰਮਾਣ ਭਾਈ ਆਪਾਂ ਨੂੰ ਦਿੱਤੇ ਨੇ, ਉਹ ਨਿਰਾਕਾਰ ਨੂੰ ਸਮਝਣ ਖਾਤਰ ਨੇ। ਉਹੀ ਤਾਂ ਭਗਤੀ ਹੈ, ਸਮਝਣਾ। ਉਹੀ ਤਾਂ ਜਪ ਹੈ। ਪ੍ਰਭ ਕੇ ਸਿਮਰਨ, ਜਪ, ਤਪ, ਪੂਜਾ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ। ਸਿਮਰ ਤੋਂ ਬਾਅਦ ਜਿਵੇਂ ਸੋਝੀ ਹੁੰਦੀ ਹੈ, ਜਪ ਸ਼ੁਰੂ, ਗਿਆਨ ਹੋ ਗਿਆ, ਤਪ ਮਨ 'ਤੇ ਸ਼ੁਰੂ। ਮਨ ਨੂੰ ਘੂਰ ਕੇ ਰੱਖਣਾ ਬੁਰਾਈਆਂ ਤੋਂ, ਫਿਰ ਆਪਦੇ ਘਰ ਨੂੰ ਜਾਂਦੇ ਨੇ। ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬਜਾਈ। ਗੁਰ ਸ਼ਬਦ ਦੇ ਗਿਆਨ ਤੋਂ ਸਤਿਗੁਰ ਸਮਝਾਉਂਦੇ ਨੇ। ਤੁਹਾਨੂੰ ਸਮਝ ਆਉਣੀ ਭਾਈ ਸਾਰੀ ਗੇਲ। ਅਸੀਂ ਵੀ ਤੁਹਾਨੂੰ ਇਹੀ ਸਮਝਾ ਰਹੇ। ਸਤਿਗੁਰ ਕਹਿੰਦੇ
ਗੁਰਾਂ ਇੱਕ ਦੇ ਬੁਝਾਈ। ਇਹ ਸਾਰੀ ਖੇਲ ਸਮਝ ਕੇ ਤੁਹਾਨੂੰ ਸਮਝਾਈ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਪਰ ਸਾਡੇ ਤਾਂ ਦਾਤੇ ਹੀ ਪਤਾ ਨਹੀਂ ਕਿੰਨੇ ਕੁ ਹੋਣਗੇ। ਅਨੇਕਾਂ ਉਪਦੇਸ਼ ਆਪਣੇ ਕੋਲ ਪਏ। ਅੰਬਾਣ ਕੀ ਟੇਕ ਬਿਰਤੀ ਜਾਣ ਦੇਵਨ ਕੋ ਏਕੇ ਭਗਵਾਨ। ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ। ਦਿੰਦੇ ਤੋਟ ਨਾ ਵੀ ਅਗਨਿਤ ਭਰੇ ਭੰਡਾਰ। ਪਰ ਫਿਰ ਵੀ ਨਹੀਂ ਸੁਣਦੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਜਲ ਮੈਂ ਜਨ ਤੋਂ ਪਾਏ ਤਿਨਾ ਵੀ ਰੋਜੀ ਦੇ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਨਾਨਕ ਚਿੰਤਾ ਸੋ ਕਰੇ ਜਿੰਨੋਂ ਪਾਇਆ ਜਗ। ਚਿੰਤਾ ਅਸੀਂ ਲਈ ਬੈਠੇ ਹਾਂ। ਸਾਡੀ ਔਕਾਤ ਹੈਗੀ ਇਹ? ਸਾਡਾ ਆਪਦਾ ਘਰ ਤਾਂ ਸਾਡੇ ਤੋਂ ਚੱਲਦਾ ਨਹੀਂ ਹੈਗਾ। ਆਪਦਾ ਮਨ ਹੀ ਨਹੀਂ ਸਾਡੇ ਵੱਸ 'ਚ ਹੈਗਾ। ਇਹ ਮੱਤ ਆਪਾਂ ਪ੍ਰਾਪਤ ਕਰਨੀ ਹੈ। ਕਿਵੇਂ ਹੋਊਗੀ? ਬਾਬਾ ਫਰੀਦ ਦੇ ਸਲੋਕ ਫਿਰ ਲੈਂਦੇ ਹਾਂ ਆਪਾਂ। ਕਵਣ ਸੂ ਅਖਰ ਇਹੀ ਹੈ ਅਖਰ ਭਾਈ ਸੱਚ। ਜਿਹੜਾ ਖਰਦਾ ਨਹੀਂ ਸੱਚ ਪੁਰਾਣਾ ਹੋਵੇ ਨਹੀਂ। ਕਵਣ ਗੁਣ ਇਹ 'ਚ ਹੀ ਗੁਣ ਪੈਦਾ ਹੋਣੇ ਨੇ ਆਤਮਾ ਦੇ। ਕਵਣ ਸੂ ਮਣੀਆਂ ਮਨ ਤੇ ਹੀ ਮਣੀਆਂ ਮਾਣਕਾਂ ਮਾਣਕ ਜਵਾਹਰ। ਆਤਮਾ ਕਰਕੇ ਰਤਨ ਆ ਜਾਣਾ ਆਪਾਂ ਨੂੰ ਅੱਗੇ। ਮਤ ਮੈਂ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇ ਬੁਝਾਈ। ਇਹ ਫਿਰ ਸਮਝ ਆਉਣੀ ਹੈ ਗੁਰ ਤੋਂ ਗਿਆਨ ਤੋਂ। ਅੱਗੇ ਕੀ ਸਮਝਾਉਂਦੇ ਬਾਬਾ ਫਰੀਦ ਜੀ? ਨਿਵਣ ਸੂ ਅਖਰ ਖਵਣ ਗੁਣ ਜੇਬਾਂ ਮਣੀਆਂ ਮਤ। ਜਿਹੜੇ ਨੀਵੇਂ ਹੋ ਜਾਂਦੇ ਨੇ ਅਖਰ ਦੇ ਅੱਗੇ ਝੁਕ ਜਾਂਦੇ ਨੇ। ਹੋਈ ਨਿਵਾਣਾ ਜਗ ਰਹੇ ਦਰਗੇ ਮਾਣ ਨਿਵਾਣਾ ਪਾਵੇ। ਖਵਣ ਗੁਣ ਉਹ ਸਮਾਉਂਦੇ ਨੇ ਉਹਦੇ ਵਿੱਚ ਇੱਕ ਹੋ ਜਾਂਦੇ ਨੇ। ਇਹ ਹਜਮ ਵੀ ਕਰਨੇ ਨੇ। ਜੇ ਕੋ ਖਾਵੇ ਜੇ ਕੋ ਭੁੰਚੇ ਤਿਸਕਾ ਹੋਏ ਦਾਰੋ। ਜਦੋਂ ਗਿਆਨ ਹੁੰਦਾ ਹੈ ਹਜਮ ਕਰਨਾ ਵੀ ਬੜਾ ਔਖਾ ਹੈ। ਇਹੀ ਤਾਂ ਕਿਰਪਾ ਲੈਣੀ ਹੈ ਉਹਦੀ। ਜੇਬਾਂ ਮਣੀਆਂ ਮੰਤ। ਸਾਡੀ ਜੇਬਾਂ ਤੋਂ ਭਾਵ ਬੁੱਧੀ ਦੇ ਫਿਰੇ ਮਣੀਆਂ ਮੰਤ। ਇਹ ਗੰਗਾ ਫਿਰ ਪ੍ਰਗਟ ਹੁੰਦੀ ਹੈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਭਗਤ ਕਬੀਰ ਜੀ ਕਹਿੰਦੇ। ਫਿਰ ਇਹ ਸੰਸਾਰ ਦੇ ਬੰਧਨ ਕੱਟੇ ਜਾਂਦੇ ਨੇ। ਇਹ ਆਪਾਂ ਪ੍ਰਾਪਤ ਕਰਨੀ ਹੈ ਭਾਈ। ਸਮਝਣਾ ਵਿਚਾਰਨਾ ਇਹ ਭਗਤੀ ਹੈ। ਮਨ ਨੂੰ ਘੂਰ ਕੇ ਰੱਖਣਾ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਪ੍ਰੇਮ ਕਰੀਏ ਉਹਨੂੰ। ਸਾਡਾ ਵੀ ਉਹਨਾਂ ਨਾਲ ਪ੍ਰੇਮ ਪਵੇ। ਨਾਨਕ ਉਹ ਪਰਮੇਸ਼ਰ ਕੇ ਪਿਆਰੇ। ਅਸੀਂ ਵੀ ਕਾਲ ਤੋਂ ਮੁਕਤ ਹੋ ਕੇ ਆਪਦੇ ਘਰੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।